Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 186ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਪਹਿਲੇ ਹੀ ਸ਼ਬਦ ਦੇ ਵਿੱਚ ਗੁਰੂ ਜੀ ਥੋੜ੍ਹੀ ਜਿਹੀ ਇਤਿਹਾਸ ਵੱਲ ਨੂੰ ਝਾਤੀ ਮਾਰਦੇ ਹਨ ਅਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹਨਾਂ ਤੋਂ ਪਹਿਲੇ ਦੇ ਗੁਰੂਆਂ ਦੀ ਬਾਣੀ ਦਾ ਖਜ਼ਾਨਾ ਪ੍ਰਾਪਤ ਹੋਇਆ। ਬਾਣੀ ਦੀ ਲਿਖਤ ਦਾ ਸਿਲਸਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ, ਅਮਰਦਾਸ ਜੀ ਅਤੇ ਰਾਮਦਾਸ ਜੀ ਨੇ ਉਹਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ। ਜੋ ਬਾਣੀ ਸੀ ਉਹ ਬੜੀ ਬਿਖਰੀ ਹੋਈ ਸੀ। ਗੁਰੂਆਂ ਨੇ ਜਿੱਥੇ ਕਿਤੇ ਵੀ ਲਿਖਿਆ ਉੱਥੇ ਉੱਥੇ ਹੀ ਛੱਡ ਦਿੱਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਉਸ ਬਾਣੀ ਨੂੰ ਇਕੱਠਿਆਂ ਕੀਤਾ ਸੀ ਅਤੇ ਇਕੱਠਿਆਂ ਕਰਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਉਹ ਸਾਰੀ ਬਾਣੀ ਸੌਂਪ ਦਿੱਤੀ ਸੀ। ਤਾਂ ਗੁਰੂ ਜੀ ਉਸ ਵਾਕਿਆ ਦਾ ਥੋੜ੍ਹਾ ਜਿਹਾ ਜ਼ਿਕਰ ਇਸ ਸ਼ਬਦ ਦੇ ਵਿੱਚ ਕਰਦੇ ਹਨ। ਆਓ ਪੜ੍ਹਦੇ ਹਾਂ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ। ਜਿਉਂ-ਜਿਉਂ ਅਸੀਂ ਪ੍ਰਮਾਤਮਾ ਦੇ ਗੁਣ ਗਾਉਂਦੇ ਜਾਂਦੇ ਹਾਂ, ਹਰ ਗੁਣ ਗਾਵੈ ਸਹਿਜ ਸੁਭਾਏ, ਤੇ ਸਹਿਜ ਸੁਭਾਅ ਹੀ ਗਾਉਂਦੇ ਜਾਂਦੇ ਹਾਂ। ਇਹਦੇ ਦੋ ਅਰਥ ਹਨ। ਇੱਕ ਤੇ ਇਹ ਹੈ ਕਿ ਸਾਡਾ ਜੋ ਸੁਭਾਅ ਹੈ ਉਹ ਸਹਿਜ ਸਥਿਰ ਹੋ ਜਾਂਦਾ ਹੈ ਜਾਂ ਹੋਣਾ ਚਾਹੀਦਾ ਹੈ। ਦੂਜਾ ਇਹ ਹੈ ਕਿ ਪ੍ਰਮਾਤਮਾ ਦਾ ਨਾਮ ਸਾਡੇ ਅੰਦਰ ਇੰਨਾ ਹੀ ਪੱਕੇ ਤੌਰ 'ਤੇ ਵਸਿਆ ਹੋਣਾ ਚਾਹੀਦਾ ਹੈ ਕਿ ਸਾਨੂੰ ਉਹਦੇ ਲਈ ਕੋਈ ਸਪੈਸ਼ਲ ਥਾਂ ਜਾਂ ਸਪੈਸ਼ਲ ਸਮਾਂ ਨਾ ਕੱਢਣਾ ਪਵੇ ਕਿ ਜਦੋਂ ਅਸੀਂ ਉਸ ਪ੍ਰਮਾਤਮਾ ਦਾ ਨਾਮ ਜਪੀਏ। ਉਹ ਸਹਿਜ ਸੁਭਾਅ ਹੀ ਸਾਡੇ ਅੰਦਰ ਮੌਜੂਦ ਹੋਵੇ, ਹਰ ਵਕਤ ਹੀ ਸਾਡੇ ਚੇਤੇ ਦੇ ਵਿੱਚ ਰਹੇ। ਸੋ ਹਰ ਗੁਣ ਗਾਵੈ ਸਹਿਜ ਸੁਭਾਏ, ਜਦੋਂ ਅਸੀਂ ਸਹਿਜ ਸੁਭਾਅ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਹਾਂ। ਹਮ ਧਨਵੰਤ ਭਾਗਠ ਸੱਚ ਨਾਏ, ਉਸ ਸਦਾ ਥਿਰ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਅਸੀਂ ਨਾਮ ਧਨ ਦੇ ਧਨੀ ਬਣ ਜਾਂਦੇ ਹਾਂ, ਭਾਗਾਂ ਵਾਲੇ ਬਣ ਜਾਂਦੇ ਹਾਂ। ਤੇ ਅਗਲੀ ਪੰਕਤੀ ਹੈ ਜਿੱਥੇ ਗੁਰੂ ਜੀ ਇਤਿਹਾਸ ਦਾ ਜ਼ਿਕਰ ਕਰਦੇ ਹਨ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਿ ਜਦੋਂ ਮੈਂ ਪਿਓ ਦਾਦੇ ਤੋਂ ਮਿਲਿਆ ਹੋਇਆ ਗੁਰੂ ਦੀ ਬਾਣੀ ਦਾ ਖਜ਼ਾਨਾ ਖੋਲ੍ਹ ਕੇ ਵੇਖਿਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਤਾਂ ਮੇਰੇ ਮਨ ਦੇ ਵਿੱਚ ਆਤਮਿਕ ਆਨੰਦ ਦਾ ਭੰਡਾਰ ਭਰਿਆ ਗਿਆ। ਮੈਨੂੰ ਬਹੁਤ ਜ਼ਿਆਦਾ ਆਨੰਦ ਹਾਸਲ ਹੋਇਆ, ਮਹਿਸੂਸ ਹੋਇਆ। ਉਸ ਬਾਣੀ ਨੂੰ ਪੜ੍ਹ ਕੇ ਥੋੜ੍ਹਾ ਫਰਕ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਦੇ ਜੋ ਗੁਰੂ ਸਨ, ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਜੋ ਗੁਰੂ ਸਾਡੇ ਚਾਰ ਹੋਏ ਹਨ, ਉਹਨਾਂ ਵੱਲੋਂ ਮਿਲੀ ਹੋਈ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਖਜ਼ਾਨਾ ਸਮਝ ਰਹੇ ਨੇ। ਤੇ ਅੱਜ ਦੀ ਘੜੀ ਅਸੀਂ ਕਿਹੜੀ ਚੀਜ਼ ਨੂੰ ਖਜ਼ਾਨਾ ਸਮਝਦੇ ਹਾਂ? ਸਾਡੇ ਪਿਓ ਦਾਦੇ ਵੀ ਆਪਣੀ ਜ਼ਿੰਦਗੀ ਹੰਢਾਉਂਦੇ ਨੇ। ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵੇਖਿਆ ਹੁੰਦਾ ਹੈ, ਬਹੁਤ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕੀਤਾ ਹੁੰਦਾ ਹੈ, ਜਿਨ੍ਹਾਂ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਵੀ ਹੁੰਦਾ ਹੈ ਤੇ ਉਹ ਸਿੱਖਿਆਵਾਂ ਸਾਨੂੰ ਸੌਂਪ ਕੇ ਵੀ ਜਾਂਦੇ ਹਨ। ਪਰ ਅਸੀਂ ਉਹਨਾਂ ਸਿੱਖਿਆਵਾਂ ਨੂੰ ਖਜ਼ਾਨਾ ਨਹੀਂ ਸਮਝਦੇ। ਸਾਡੀ ਜੋ ਅੱਖ ਹੈ ਉਹ ਉਹਨਾਂ ਵੱਲੋਂ ਮਿਲਣ ਵਾਲੇ ਦੁਨਿਆਵੀ ਖਜ਼ਾਨਿਆਂ 'ਤੇ ਜ਼ਿਆਦਾ ਹੁੰਦੀ ਹੈ। ਸਾਡਾ ਜੋ ਮਨ ਹੈ ਉਹ ਇਹ ਜ਼ਿਆਦਾ ਲੋਚ ਰਿਹਾ ਹੁੰਦਾ ਹੈ ਕਿ ਆਪਣੀ ਜਾਇਦਾਦ ਦੇ ਵਿੱਚੋਂ ਮੈਨੂੰ ਬਣਦਾ ਹਿੱਸਾ ਦੇ ਕੇ ਜਾਣ। ਸਿੱਖਿਆਵਾਂ ਦਾ ਕੀ ਹੈ? ਸੋ ਇਹ ਫਰਕ ਅਸੀਂ ਮਹਿਸੂਸ ਕਰੀਏ ਤੇ ਇਸ ਫਰਕ ਨੂੰ ਮਿਟਾਉਣ ਦੀ ਕੋਸ਼ਿਸ਼ ਵੀ ਕਰੀਏ। ਅੱਗੇ ਚੱਲਦੇ ਹਾਂ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਗੁਰੂ ਜੀ ਕਹਿੰਦੇ ਕਿ ਇਹ ਜੋ ਬਾਣੀ ਮੈਨੂੰ ਮਿਲੀ ਹੈ, ਇਹ ਜੋ ਖਜ਼ਾਨਾ ਮੈਨੂੰ ਮੇਰੇ ਪਿਓ ਦਾਦੇ ਤੋਂ ਮਿਲਿਆ ਹੈ, ਇਹ ਅਮੋਲਕ ਰਤਨ ਹੈ ਜਿਹਦਾ ਕੋਈ ਮੁੱਲ ਨਹੀਂ ਹੈ। ਦੁਨਿਆਵੀ ਚੀਜ਼ਾਂ ਦੇ ਨਾਲ ਇਸ ਬਾਣੀ ਦਾ ਮੁੱਲ ਨਹੀਂ ਲਾਇਆ ਜਾ ਸਕਦਾ। ਤੇ ਭਰੇ ਭੰਡਾਰ ਅਖੂਟ ਅਤੋਲ,
ਅਖੂਟ ਤੋਂ ਭਾਵ ਨਾ ਮੁੱਕਣ ਵਾਲਾ ਅਤੇ ਅਤੋਲ ਤੋਂ ਭਾਵ ਨਾ ਤੋਲਿਆ ਜਾ ਸਕਣ ਵਾਲਾ, ਕਿ ਇਹ ਭੰਡਾਰ ਅਜਿਹਾ ਹੈ ਜਿਹੜਾ ਨਾ ਕਦੇ ਮੁੱਕ ਸਕਦਾ ਹੈ ਤੇ ਨਾ ਹੀ ਇਹਨੂੰ ਤੋਲਿਆ ਜਾ ਸਕਦਾ ਹੈ। ਇਹਦਾ ਤੋਲ ਮੋਲ ਨਹੀਂ ਕੀਤਾ ਜਾ ਸਕਦਾ, ਇਹਦੀ ਮਹੱਤਤਾ ਨੂੰ ਸਿਰਫ ਸਮਝਿਆ ਜਾ ਸਕਦਾ ਹੈ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧਦੋ ਜਾਈ, ਕਿ ਇਸ ਭੰਡਾਰ ਦੇ ਵਿੱਚੋਂ ਅਸੀਂ ਜਿੰਨਾ ਮਰਜ਼ੀ ਖਾ ਲਈਏ, ਜਿੰਨਾ ਮਰਜ਼ੀ ਖਰਚ ਲਈਏ, ਰਲ ਮਿਲ ਕੇ ਇਸ ਬਾਣੀ ਦਾ ਆਨੰਦ ਮਾਣ ਲਈਏ, ਇਹ ਭੰਡਾਰ ਦੇ ਵਿੱਚ ਕਦੇ ਤੋਟ ਨਹੀਂ ਆਉਂਦੀ। ਸਗੋਂ ਜਿੰਨਾ ਅਸੀਂ ਗੁਰੂ ਦੀ ਬਾਣੀ ਨੂੰ ਸਾਧ ਸੰਗਤ ਦੇ ਵਿੱਚ ਬੈਠ ਕੇ ਵਿਚਾਰਦੇ ਹਾਂ, ਓਨਾ ਹੀ ਇਹਦਾ ਜੋ ਮੁੱਲ ਹੈ ਉਹ ਵੱਧਦਾ ਜਾਂਦਾ ਹੈ, ਓਨੀ ਹੀ ਇਹ ਹੋਰ ਅਮੋਲਕ ਹੁੰਦੀ ਜਾਂਦੀ ਹੈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਾਇਆ ਰਲਾਈ। ਹੇ ਨਾਨਕ, ਇਹ ਆਖ ਕਿ ਜਿਸ ਮਨੁੱਖ ਦੇ ਮੱਥੇ ਦੇ ਉੱਤੇ ਪਰਮਾਤਮਾ ਨੇ ਬਖਸ਼ਿਸ਼ ਦਾ ਲੇਖ ਲਿਖਿਆ ਹੁੰਦਾ ਹੈ, ਉਹੀ ਇਸ ਖਜ਼ਾਨੇ ਦੇ ਵਿੱਚ ਸਾਂਝੀਵਾਲ ਬਣਾਇਆ ਜਾਂਦਾ ਹੈ, ਉਹੀ ਇਸ ਖਜ਼ਾਨੇ ਦਾ ਆਨੰਦ ਮਾਣ ਸਕਦਾ ਹੈ। ਆਪਣੇ ਆਪ ਨੂੰ ਅਸੀਂ ਵੀ ਤੇ ਤੁਸੀਂ ਵੀ ਭਾਗਾਂ ਵਾਲੇ ਸਮਝੀਏ ਕਿ ਅਸੀਂ ਉਹਨਾਂ ਮਨੁੱਖਾਂ ਦੇ ਵਿੱਚ ਹਾਂ ਜਿਨ੍ਹਾਂ ਦੇ ਮੱਥਿਆਂ ਦੇ ਉੱਪਰ ਉਸ ਪਰਮਾਤਮਾ ਨੇ ਚੰਗੇ ਲੇਖ ਲਿਖੇ ਹਨ, ਜੋ ਸਾਨੂੰ ਸਾਡੇ ਗੁਰੂਆਂ ਵੱਲੋਂ ਬਖਸ਼ੀ ਹੋਈ ਇਸ ਬਾਣੀ ਦਾ ਆਨੰਦ ਮਾਣਨ ਦਾ ਮੌਕਾ ਮਿਲ ਰਿਹਾ ਹੈ। ਗੌੜੀ ਮਹਿਲਾ ਪੰਜਵਾਂ। ਡਰ ਡਰ ਮਰਤੇ ਜਬ ਜਾਨੀਐ ਦੂਰ, ਡਰ ਚੂਕਾ ਦੇਖਿਆ ਭਰਪੂਰ। ਜਦੋਂ ਤੱਕ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵਸਦਾ ਹੈ, ਜਬ ਜਾਨੀਐ ਦੂਰ, ਜਦੋਂ ਤੱਕ ਉਸ ਪਰਮਾਤਮਾ ਨੂੰ ਅਸੀਂ ਦੂਰ ਜਾਣਦੇ ਹਾਂ, ਡਰ ਡਰ ਮਰਤੇ, ਉਦੋਂ ਤੱਕ ਅਸੀਂ ਦੁਨਿਆਵੀ ਦੁੱਖਾਂ ਕਲੇਸ਼ਾਂ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ, ਡਰਦੇ ਰਹਿੰਦੇ ਹਾਂ ਕਿ ਅਗਲੇ ਪਲ ਜ਼ਿੰਦਗੀ ਦੇ ਵਿੱਚ ਕੋਈ ਹਾਦਸਾ ਨਾ ਹੋ ਜਾਏ। ਸੋਹਣੀ ਚੱਲਦੀ ਹੋਈ, ਚੰਗੀ ਭਲੀ ਚੱਲਦੀ ਹੋਈ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਵੀ ਕੋਈ ਰੁਕਾਵਟ ਨਾ ਆ ਜਾਏ। ਇਸ ਪ੍ਰਕਾਰ ਦੇ ਡਰ ਤੇ ਹੋਰ ਬਥੇਰੇ ਪ੍ਰਕਾਰ ਦੇ ਜੋ ਦੁਨਿਆਵੀ ਦੁੱਖ ਹਨ, ਉਹ ਸਾਨੂੰ ਵਿਆਪਦੇ ਰਹਿੰਦੇ ਹਨ ਜਦੋਂ ਤੱਕ ਅਸੀਂ ਉਸ ਪਰਮਾਤਮਾ ਨੂੰ ਦੂਰ ਸਮਝਦੇ ਹਾਂ। ਤੇ ਇਸੇ ਲਈ ਹੀ ਸ਼ਾਇਦ ਅਸੀਂ ਉਹਨਾਂ ਦੁੱਖਾਂ ਤੋਂ ਕੁਝ ਪਲਾਂ ਦੇ ਲਈ ਨਿਜਾਤ ਪਾਉਣ ਦੇ ਲਈ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਭਾਵੇਂ ਉਹ ਸਾਡੇ ਨੇੜੇ ਦੇ ਧਾਰਮਿਕ ਸਥਾਨ ਹੋਣ, ਕਿਸੇ ਪਿੰਡ ਸ਼ਹਿਰ ਦੇ ਵਿੱਚ ਜਿੱਥੇ ਅਸੀਂ ਵੱਸਦੇ ਹਾਂ ਉੱਥੋਂ ਦੇ ਹੀ ਧਾਰਮਿਕ ਸਥਾਨ ਹੋਣ, ਤੇ ਭਾਵੇਂ ਉਹ ਕਿਸੇ ਦੂਰ ਦੁਰਾਡੀਆਂ ਥਾਵਾਂ 'ਤੇ ਜਿਨ੍ਹਾਂ ਨੂੰ ਅਸੀਂ ਤੀਰਥ ਇਸ਼ਨਾਨ ਸਮਝਦੇ ਹਾਂ ਉਹ ਧਾਰਮਿਕ ਸਥਾਨ ਹੋਣ। ਅਸੀਂ ਉਸ ਪਰਮਾਤਮਾ ਨੂੰ ਲੱਭਣ ਦੇ ਲਈ ਉਹਨਾਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਕਿਉਂਕਿ ਸਾਡੀ ਸੋਚ ਹੁੰਦੀ ਹੈ ਕਿ ਉੱਥੇ ਜਾ ਕੇ ਸਾਨੂੰ ਸ਼ਾਂਤੀ ਮਿਲੇਗੀ। ਇਸ ਸਾਰੀ ਗੱਲ ਨੂੰ, ਇਸ ਸਾਰੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਸਾਡੀ ਸੋਚ ਇਹ ਹੈ ਕਿ ਪਰਮਾਤਮਾ ਉਸ ਦੂਰ ਦੁਰਾਡੇ ਵਸਦੀ ਥਾਂ ਦੇ ਉੱਪਰ ਵਸਦਾ ਹੈ, ਉਸ ਮੰਦਰ ਜਾਂ ਗੁਰਦੁਆਰੇ ਜਾਂ ਮਸਜਿਦ ਦੇ ਵਿੱਚ ਵਸਦਾ ਹੈ ਜਿਹੜੀ ਕਿ ਸਾਡੇ ਤੋਂ ਬਹੁਤ ਦੂਰ ਹੈ, ਤੇ ਅਸੀਂ ਉਸ ਪਰਮਾਤਮਾ ਨੂੰ ਲੱਭਣ ਦੇ ਲਈ ਉਸ ਦੂਰ ਦੁਰਾਡੀ ਥਾਂ 'ਤੇ ਜਾਂਦੇ ਹਾਂ ਤੇ ਸ਼ਾਂਤੀ ਮਹਿਸੂਸ ਵੀ ਕਰਦੇ ਹਾਂ। ਪਰ ਹਰ ਵਕਤ 'ਤੇ ਅਸੀਂ ਉੱਥੇ ਨਹੀਂ ਰਹਿ ਸਕਦੇ। ਅਸੀਂ ਕੁਝ ਦਿਨਾਂ ਦੇ ਲਈ ਜਾਂਦੇ ਹਾਂ, ਕੁਝ ਘੰਟਿਆਂ ਦੇ ਲਈ ਜਾਂਦੇ ਹਾਂ, ਵਾਪਸ ਫੇਰ ਆਪਣੀ ਹੀ ਦੁਨੀਆ ਦੇ ਵਿੱਚ ਆ ਵਸਦੇ ਹਾਂ ਜਿੱਥੇ ਅਸੀਂ ਉਸ ਪਰਮਾਤਮਾ ਦੀ ਮੌਜੂਦਗੀ ਨੂੰ ਮੰਨਦੇ ਨਹੀਂ, ਤੇ ਇਸੇ ਲਈ ਹੀ ਦੁਨਿਆਵੀ ਦੁੱਖਾਂ ਕਲੇਸ਼ਾਂ ਅਤੇ ਡਰਾਂ ਦੇ ਵਿੱਚ ਫਸੇ ਰਹਿੰਦੇ ਹਾਂ। ਪਰ ਗੁਰੂ ਜੀ ਕਹਿੰਦੇ ਡਰ ਚੂਕਾ ਦੇਖਿਆ ਭਰਪੂਰ, ਕਿ ਜਦੋਂ ਤੁਸੀਂ ਉਸ ਪਰਮਾਤਮਾ ਨੂੰ ਇਸ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਮੌਜੂਦ ਮੰਨਦੇ ਹੋ, ਭਰਪੂਰ ਮੰਨਦੇ ਹੋ, ਹਰ ਥਾਂ ਵਿਆਪਕ ਮੰਨਦੇ ਹੋ, ਇਸ ਗੱਲ ਨੂੰ ਸਮਝ ਲੈਂਦੇ ਹੋ ਕਿ ਪਰਮਾਤਮਾ ਸਿਰਫ ਉਹਨਾਂ ਮੰਦਰਾਂ ਮਸਜਿਦਾਂ ਦੇ ਵਿੱਚ ਹੀ ਨਹੀਂ ਵਸਦਾ ਬਲਕਿ ਹਰ ਥਾਂ ਵਸਦਾ ਹੈ, ਤਾਂ ਤੁਹਾਡਾ ਜੋ ਡਰ ਹੈ ਉਹ ਚੱਕਿਆ ਜਾਂਦਾ ਹੈ। ਜਿਹੜੀ ਸ਼ਾਂਤੀ ਤੁਹਾਨੂੰ ਉਸ ਧਾਰਮਿਕ ਸਥਾਨ 'ਤੇ ਪਹੁੰਚ ਕੇ ਮਹਿਸੂਸ ਹੁੰਦੀ ਹੈ, ਉਹ ਸ਼ਾਂਤੀ ਤੁਹਾਡੀ ਸਦਾ ਹੀ ਬਣੀ ਰਹਿੰਦੀ ਹੈ, ਕਿਉਂਕਿ ਹੁਣ ਤੁਹਾਨੂੰ ਇਹ ਨਹੀਂ ਲੱਗਦਾ ਕਿ ਪਰਮਾਤਮਾ ਸਿਰਫ ਉਸ ਧਾਰਮਿਕ ਸਥਾਨ 'ਤੇ ਮੌਜੂਦ ਹੈ। ਹੁਣ ਤੁਹਾਨੂੰ ਇਹ ਲੱਗਦਾ ਹੈ ਕਿ ਪਰਮਾਤਮਾ ਤੇ ਮੇਰੇ ਨਾਲ ਹੀ ਹੈ, ਮੇਰੇ ਅੰਦਰ ਹੀ ਹੈ, ਉਹ ਤੇ ਹਰ ਥਾਂ ਮੌਜੂਦ ਹੈ। ਸੋ ਇਸੇ ਲਈ ਤੁਸੀਂ ਹਰ ਵਕਤ ਹੀ ਸ਼ਾਂਤ ਰਹਿੰਦੇ ਹੋ। ਬੜਾ ਹੀ ਵਧੀਆ ਲੈਸਨ, ਬੜੀ ਹੀ ਵਧੀਆ ਸਿੱਖਿਆ ਇਹਨਾਂ ਪੰਕਤੀਆਂ ਤੋਂ ਸਾਨੂੰ ਮਿਲਦੀ ਹੈ।
ਸਤਿਗੁਰ ਆਪਣੇ ਕਉ ਬਲਿਹਾਰੈ, ਛੋੜ ਨਾ ਜਾਈ ਸਰ ਪਰ ਤਾਰੈ। ਰਹਾਉ। ਗੁਰੂ ਜੀ ਕਹਿੰਦੇ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਉਹ ਗੁਰੂ ਜਿਹੜਾ ਕਿ ਦੁੱਖਾਂ ਦੇ ਮਝਧਾਰ ਦੇ ਵਿੱਚ ਸਾਨੂੰ ਛੱਡ ਕੇ ਨਹੀਂ ਜਾਂਦਾ, ਸਰ ਪਰ ਤਾਰਦਾ ਹੈ। ਸਰ ਪਰ ਤੋਂ ਭਾਵ ਜ਼ਰੂਰ ਕਿ ਗੁਰੂ ਸਾਨੂੰ ਦੁੱਖਾਂ ਦੇ ਸਮੁੰਦਰ ਤੋਂ ਜ਼ਰੂਰ ਪਾਰ ਲੰਘਾਉਂਦਾ ਹੈ। ਦੁਖ ਰੋਗ ਸੋਗ ਵਿਸਰੈ ਜਬ ਨਾਮ। ਇਹ ਦੁੱਖ, ਰੋਗ ਅਤੇ ਗਮੀ ਇਹ ਸਾਨੂੰ ਉਦੋਂ ਵਿਆਪਦੇ ਹਨ, ਵਿਸਰੈ ਜਬ ਨਾਮ, ਜਦੋਂ ਅਸੀਂ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦੇ ਹਾਂ, ਜਦੋਂ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਪਰਮਾਤਮਾ ਸਾਡੇ ਨਾਲ ਵਸਦਾ ਹੈ। ਉਸ ਵਕਤ ਸਾਨੂੰ ਦੁੱਖ ਰੋਗ ਅਤੇ ਫਿਕਰ ਆ ਚੰਬੜਦੇ ਹਨ। ਸਦਾ ਆਨੰਦ ਜਾਂ ਹਰ ਗੁਣ ਗਾਮ। ਅਤੇ ਦੂਜੇ ਪਾਸੇ ਜਦੋਂ ਅਸੀਂ ਹਰ ਵਕਤ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਉਹਦੀ ਸਿਫਤ ਸਲਾਹ ਆਪਣੇ ਚੇਤੇ ਦੇ ਵਿੱਚ ਰੱਖਦੇ ਹਾਂ, ਤਾਂ ਸਦਾ ਹੀ ਆਨੰਦਿਤ ਰਹਿੰਦੇ ਹਾਂ। ਬੁਰਾ ਭਲਾ ਕੋਈ ਨਾ ਕਹੀਜੈ, ਛੋੜ ਮਾਨ ਹਰ ਚਰਨ ਗਹੀਜੈ। ਗਹੀਜੈ ਤੋਂ ਭਾਵ ਫੜਨਾ। ਕਹਿੰਦੇ ਨਾ ਕਿਸੇ ਨੂੰ ਬੁਰਾ ਕਹੋ ਅਤੇ ਨਾ ਹੀ ਕਿਸੇ ਨੂੰ ਭਲਾ ਕਹੋ, ਭਾਵ ਨਾ ਕਿਸੇ ਦੀ ਖੁਸ਼ਾਮਦ ਕਰੋ। ਜਦੋਂ ਅਸੀਂ ਕਿਸੇ ਨੂੰ ਬੁਰਾ ਕਹਿੰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਹੰਕਾਰ ਨੂੰ ਬਲ ਦਿੰਦੇ ਹਾਂ, ਅਤੇ ਜਦੋਂ ਕਿਸੇ ਦੀ ਖੁਸ਼ਾਮਦ ਕਰਦੇ ਹਾਂ ਤਾਂ ਉਹਨਾਂ ਦੇ ਹੰਕਾਰ ਨੂੰ ਬਲ ਦਿੰਦੇ ਹਾਂ। ਦੋਨਾਂ ਹੀ ਸਥਿਤੀਆਂ ਦੇ ਵਿੱਚ ਵਿਕਾਰ ਨੂੰ ਬਲ ਮਿਲ ਰਿਹਾ ਹੈ। ਇਸੇ ਲਈ ਹੀ ਗੁਰੂ ਜੀ ਨੇ ਕਿਹਾ ਹੈ ਕਿ ਬੁਰਾ ਭਲਾ ਕੋਈ ਨਾ ਕਹੀਜੈ, ਛੋੜ ਮਾਨ ਹਰ ਚਰਨ ਗਹੀਜੈ। ਕਿ ਇਸ ਦੁਨੀਆ ਦਾ ਮਾਣ ਤਿਆਗ ਕੇ ਪਰਮਾਤਮਾ ਦੇ ਚਰਨ ਫੜ ਲਓ, ਪਰਮਾਤਮਾ ਦੇ ਨਾਲ ਲਿਵ ਜੋੜ ਲਓ। ਕਹੋ ਨਾਨਕ ਗੁਰ ਮੰਤਰ ਚਿਤਾਰ। ਹੇ ਨਾਨਕ, ਇਹ ਆਖ ਕੇ ਹੇ ਭਾਈ, ਗੁਰੂ ਵੱਲੋਂ ਮਿਲੇ ਹੋਏ ਉਪਦੇਸ਼ ਨੂੰ ਆਪਣੇ ਚੇਤੇ ਦੇ ਵਿੱਚ ਰੱਖ। ਸੁਖ ਪਾਵੈ ਸਾਚੈ ਦਰਬਾਰ। ਇਸ ਪ੍ਰਕਾਰ ਤੂੰ ਪਰਮਾਤਮਾ ਦੀ ਦਰਗਾਹ ਦੇ ਉੱਤੇ ਆਨੰਦ ਮਾਣੇਗਾ। ਗੌੜੀ ਮਹਿਲਾ ਪੰਜਵਾਂ। ਜਾਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕਉ ਕਹੋ ਕਾ ਕੀ ਕਮੀਆਂ। ਸਮੀਆ ਤੋਂ ਭਾਵ ਸਮਾਇਆ ਹੋਇਆ, ਵਿਆਪਕ। ਕਹਿੰਦੇ ਜਿਸ ਮਨੁੱਖ ਨੂੰ ਇਸ ਗੱਲ ਦਾ ਯਕੀਨ ਹੋ ਜਾਂਦਾ ਹੈ ਕਿ ਉਹਦਾ ਸੱਜਣ, ਉਹਦਾ ਮਿੱਤਰ ਪਰਮਾਤਮਾ ਹਰ ਥਾਂ ਸਮਿਆ ਹੋਇਆ ਹੈ, ਹਰ ਥਾਂ ਵਿਆਪਕ ਹੈ। ਹੇ ਭਾਈ, ਮੈਨੂੰ ਇਹ ਦੱਸ ਕਿ ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਰਹਿ ਜਾਂਦੀ ਹੈ। ਤਿਸ ਜਨ ਕਉ ਕਹੋ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ। ਜਿਹੜੇ ਮਨੁੱਖ ਦੀ ਪ੍ਰੀਤ, ਜਿਸ ਮਨੁੱਖ ਦਾ ਪਿਆਰ ਉਸ ਪਰਮਾਤਮਾ ਦੇ ਨਾਲ ਬਣ ਜਾਂਦਾ ਹੈ, ਦੁੱਖ ਦਰਦ ਭਰਮ ਤਾਕਾ ਭਾਗੀ। ਰਹਾਉ। ਉਸ ਮਨੁੱਖ ਦਾ ਹਰੇਕ ਦੁੱਖ, ਹਰੇਕ ਦਰਦ, ਹਰੇਕ ਤਰ੍ਹਾਂ ਦਾ ਵਹਿਮ ਭਰਮ ਭੱਜ ਜਾਂਦਾ ਹੈ। ਜਾ ਕਉ ਰਸ ਹਰ ਰਸ ਹੈ ਆਇਓ। ਜਿਹੜੇ ਮਨੁੱਖ ਨੂੰ ਉਸ ਪਰਮਾਤਮਾ ਦੇ ਨਾਮ ਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੋਣ ਲੱਗ ਜਾਂਦੀ ਹੈ, ਹਰ ਰਸ ਦੇ ਵਿੱਚੋਂ ਰਸ ਆਉਣ ਲੱਗ ਜਾਂਦਾ ਹੈ, ਸੋ ਅਨਰਸ ਨਾ ਹੀ ਲਪਟਾਇਓ। ਤਾਂ ਉਹਨੂੰ ਹੋਰ ਦੁਨਿਆਵੀ ਪਦਾਰਥਾਂ ਦੇ ਰਸਾਂ ਦੀ ਤਾਂਘ ਨਹੀਂ ਰਹਿ ਜਾਂਦੀ, ਉਹ ਦੁਨਿਆਵੀ ਰਸਾਂ ਨੂੰ ਨਹੀਂ ਟੰਬੜਿਆ ਰਹਿੰਦਾ। ਜਾਕਾ ਕਹਿਆ ਦਰਗਹਿ ਚਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਮੰਨਿਆ ਜਾਂਦਾ ਹੈ, ਉਹਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ, ਉਹ ਕਿਸੇ ਹੋਰ ਦੇ ਥੱਲੇ ਨਹੀਂ ਲੱਗਦਾ। ਤਲੈ ਤੋਂ ਭਾਵ ਹੇਠਾਂ, ਨੀਚੇ। ਜਾਕਾ ਕਹਿਆ ਦਰਗਹਿ ਚਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਾਕਾ ਸਭ ਕਿਛ ਤਾਕਾ ਹੋਏ। ਜਾਕਾ ਸਭ ਕਿਛ ਤੋਂ ਭਾਵ ਕਿ ਜਿਹੜੇ ਪ੍ਰਮਾਤਮਾ ਦਾ ਇਹ ਸਾਰਾ ਸੰਸਾਰ ਹੈ, ਤਾਕਾ ਹੋਏ। ਤੇ ਜਿਹੜਾ ਮਨੁੱਖ ਉਸ ਪ੍ਰਮਾਤਮਾ ਦਾ ਹੋ ਜਾਂਦਾ ਹੈ, ਜਿਹੜਾ ਮਨੁੱਖ ਉਸ ਪ੍ਰਮਾਤਮਾ ਦਾ ਹੋ ਜਾਂਦਾ ਹੈ, ਜਿਹੜੇ ਪ੍ਰਮਾਤਮਾ ਦਾ ਇਹ ਸਾਰਾ ਹੀ ਸੰਸਾਰ ਰਚਿਆ ਹੋਇਆ ਹੈ, ਨਾਨਕ ਤਾਕੋ ਸਦਾ ਸੁਖ ਹੋਈ। ਇਹ ਨਾਨਕ, ਇਹ ਆਖ ਕਿ ਉਹ ਮਨੁੱਖ ਸਦਾ ਹੀ ਆਨੰਦਿਤ ਰਹਿੰਦਾ ਹੈ। ਗੌੜੀ ਮਹਿਲਾ ਪੰਜਵਾਂ। ਜਾਕੈ ਦੁਖ ਸੁਖ ਸਮ ਕਰ ਜਾਪੈ, ਤਾਕਉ ਕਾੜਾ ਕਹਾ ਵਿਆਪੈ। ਕਾੜਾ ਤੋਂ ਭਾਵ ਚਿੰਤਾ। ਜਿਸ ਮਨੁੱਖ ਨੇ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਕਰਕੇ ਮੰਨ ਲਿਆ ਹੈ, ਜਾਕੈ
ਦੁੱਖ ਸੁਖ ਸਮ ਕਰ ਜਾਪੈ, ਤਾਕੋ ਕਾੜਾ ਕਹਾਂ ਵਿਆਪੈ। ਤੇ ਕਹਿੰਦੇ ਫਿਰ ਉਹਨੂੰ ਕੋਈ ਚਿੰਤਾ ਕਿੱਥੇ ਵਿਆਪ ਸਕਦੀ ਹੈ। ਭਾਵ ਕਿ ਜਦੋਂ ਤੁਸੀਂ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਮੰਨ ਲੈਂਦੇ ਹੋ, ਦੋਨਾਂ ਦੇ ਵਿੱਚ ਫਰਕ ਕਰਨਾ ਛੱਡ ਦਿੰਦੇ ਹੋ, ਤਾਂ ਤੁਹਾਨੂੰ ਕੋਈ ਵੀ ਚਿੰਤਾ ਵਿਆਪ ਨਹੀਂ ਸਕਦੀ। ਤੁਹਾਡੀ ਸਥਿਰਤਾ ਨੂੰ ਕੋਈ ਵੀ ਹਾਦਸਾ ਖਤਮ ਨਹੀਂ ਕਰ ਸਕਦਾ। ਤੁਸੀਂ ਹਮੇਸ਼ਾ ਅਡੋਲ ਹੀ ਰਹਿੰਦੇ ਹੋ। ਇਹ ਵੀ ਇੱਕ ਬਹੁਤ ਵਧੀਆ ਤੇ ਬਹੁਤ ਵੱਡੀ ਸਿੱਖਿਆ ਹੈ, ਜਿਹਦੇ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਕਿ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਕਰਕੇ ਜਾਣੀਏ। ਸਹਿਜ ਆਨੰਦ ਹਰ ਸਾਧੂ ਮਾਹੇ, ਉਸ ਪਰਮਾਤਮਾ ਦੇ ਹਰ ਇੱਕ ਸੇਵਕ ਦੇ ਅੰਦਰ ਸਹਿਜ ਅਤੇ ਆਨੰਦ ਦੀ ਅਵਸਥਾ ਬਣੀ ਰਹਿੰਦੀ ਹੈ। ਆਗਿਆਕਾਰੀ ਹਰ ਹਰ ਰਾਏ, ਤੇ ਉਹ ਸੇਵਕ ਸਦਾ ਹੀ ਉਸ ਪਰਮਾਤਮਾ ਦੀ ਆਗਿਆ ਦੇ ਵਿੱਚ ਰਹਿੰਦਾ ਹੈ, ਉਹਦੀ ਰਜ਼ਾ ਦੇ ਵਿੱਚ ਚੱਲਦਾ ਹੈ। ਰਹਾਓ ਜਾਕੈ ਅਚਿੰਤ ਵਸੈ ਮਨ ਆਏ, ਉਹ ਅਚਿੰਤ ਪਰਮਾਤਮਾ, ਉਹ ਚਿੰਤਾ ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਦੇ ਵਿੱਚ ਆ ਵਸਦਾ ਹੈ। ਜਾਕੈ ਅਚਿੰਤ ਵਸੈ ਮਨ ਆਏ, ਤਾਕੋ ਚਿੰਤਾ ਕਤਹੂ ਨਾਹੀ। ਉਸ ਮਨੁੱਖ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਰਹਿ ਜਾਂਦੀ। ਜਾਕੈ ਵਿਨਸਿਓ ਮਨ ਤੇ ਭਰਮਾ, ਜਿਸ ਮਨੁੱਖ ਦੇ ਮਨ ਤੋਂ ਭਰਮ ਮਿਟ ਜਾਂਦੇ ਹਨ, ਜਿਸ ਮਨੁੱਖ ਦੀ ਭਟਕਣਾ ਦੂਰ ਹੋ ਜਾਂਦੀ ਹੈ। ਤਾਕੈ ਕਛੂ ਨਾਹੀ ਡਰ ਜਮਾ, ਉਹਨੂੰ ਮੌਤ ਦਾ ਡਰ ਵੀ ਨਹੀਂ ਰਹਿ ਜਾਂਦਾ। ਉਹ ਉਸ ਮੌਤ ਨੂੰ ਵੀ ਉਸ ਪਰਮਾਤਮਾ ਦੀ ਨਿਆਮਤ ਹੀ ਸਮਝਦਾ ਹੈ, ਉਹਦੀ ਮਰਜ਼ੀ, ਉਹਦਾ ਹੁਕਮ ਸਮਝਦਾ ਹੈ। ਜਾਕੈ ਹਿਰਦੈ ਦਿਓ ਗੁਰਨਾਮਾ, ਕਹੋ ਨਾਨਕ ਤਾਕੈ ਸਗਲ ਨਿਧਾਨਾ। ਹੇ ਨਾਨਕ, ਇਹ ਆਖ ਕਿ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖਸ਼ ਦਿੱਤਾ ਹੈ, ਜਾਕੈ ਹਿਰਦੈ ਦਿਓ ਗੁਰਨਾਮਾ, ਕਿ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ, ਕਹੋ ਨਾਨਕ ਤਾਕੈ ਸਗਲ ਨਿਧਾਨਾ, ਉਹਨੂੰ ਸਾਰੇ ਹੀ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਕੌੜੀ ਮਹਿਲਾ ਪੰਜਵਾਂ। ਅਗਮ ਰੂਪ ਕਾ ਮਨ ਮਹਿ ਥਾਨਾ, ਗੁਰ ਪ੍ਰਸਾਦ ਕਿਨੈ ਵਿਰਲੈ ਜਾਨਾ। ਅਗਮ ਰੂਪ ਅਪਹੁੰਚ ਉਸ ਪਰਮਾਤਮਾ ਨੂੰ ਕਿਹਾ ਗਿਆ ਹੈ ਕਿ ਉਸ ਅਪਹੁੰਚ ਪਰਮਾਤਮਾ ਦਾ ਵਾਸਾ ਸਾਡੇ ਮਨ ਦੇ ਵਿੱਚ ਹੀ ਹੈ। ਅਗਮ ਰੂਪ ਕਾ ਮਨ ਮਹਿ ਥਾਨਾ, ਗੁਰ ਪ੍ਰਸਾਦ ਕਿਨੈ ਵਿਰਲੈ ਜਾਨਾ। ਪਰ ਇਸ ਗੱਲ ਨੂੰ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਮਨੁੱਖ ਨੇ ਹੀ ਜਾਣਿਆ ਹੈ, ਸਮਝਿਆ ਹੈ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੈ ਪ੍ਰਾਪਤ ਤਿਸ ਲੈ ਪੁੰਚਾ। ਰਹਾਉ ਕੁੰਟਾ ਤੋਂ ਭਾਵ ਚਸ਼ਮੇ, ਭਾਵ ਕਿ ਪਾਣੀ ਦੇ ਝਰਨੇ, ਅਤੇ ਪੁੰਚਾ ਤੋਂ ਭਾਵ ਰਸ ਮੰਨਣਾ। ਜਿਹੜੇ ਮਨੁੱਖ ਨੇ ਇਸ ਗੱਲ ਨੂੰ ਸਮਝ ਲਿਆ ਕਿ ਉਸ ਪਰਮਾਤਮਾ ਦਾ ਵਾਸ ਉਹਦੇ ਮਨ ਦੇ ਅੰਦਰ ਹੀ ਹੈ, ਉਹਦੇ ਅੰਦਰ ਆਤਮਿਕ ਅਡੋਲਤਾ ਦੀ ਕਥਾ ਦੀ ਅੰਮ੍ਰਿਤ ਰੂਪ ਚਸ਼ਮੇ ਫੁੱਟ ਪੈਂਦੇ ਹਨ। ਤੇ ਜਿਹਨੂੰ ਉਹ ਚਸ਼ਮੇ ਫੁੱਟਦੇ ਹਨ, ਜਿਹਦੇ ਅੰਦਰ ਉਹ ਚਸ਼ਮੇ ਫੁੱਟਦੇ ਹਨ, ਜਿਹਨੂੰ ਇਸ ਗੱਲ ਦੀ ਪ੍ਰਾਪਤੀ ਹੁੰਦੀ ਹੈ, ਉਹ ਇਹਨਾਂ ਦਾ ਰਸ ਮਾਣਦਾ ਹੈ। ਜਿਸੈ ਪ੍ਰਾਪਤ ਤਿਸ ਲੈ ਪੁੰਚਾ। ਅਨਹਤ ਬਾਣੀ ਥਾਨ ਨਿਰਾਲਾ, ਉਸ ਮਨੁੱਖ ਦੇ ਮਨ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਅਨਹਤ ਰੂਪ ਦੇ ਵਿੱਚ ਵੱਜਦੀ ਰਹਿੰਦੀ ਹੈ, ਇੱਕ ਰਸ ਚੱਲਦੀ ਰਹਿੰਦੀ ਹੈ। ਤੇ ਅਜਿਹਾ ਹੋਣ ਦੇ ਨਾਲ ਉਹਦਾ ਹਿਰਦਾ ਘਰ ਜੋ ਹੈ ਇੱਕ ਨਿਰਾਲਾ ਥਾਂ ਬਣ ਜਾਂਦਾ ਹੈ। ਤਾਂ ਕਿ ਧੁਨ ਮੋਹੇ ਗੋਪਾਲਾ, ਉਸ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੀ ਬਾਣੀ ਦੀ ਐਸੀ ਧੁਨ ਬਣ ਜਾਂਦੀ ਹੈ ਕਿ ਖੁਦ ਗੋਪਾਲਾ, ਉਹ ਪਰਮਾਤਮਾ ਵੀ ਮੋਹਿਆ ਜਾਂਦਾ ਹੈ। ਤੈ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਤੈ ਤੋਂ ਭਾਵ ਉਸ ਥਾਂ ਦੇ ਉੱਪਰ, ਭਾਵ ਕਿ ਉਸ ਹਿਰਦੇ ਘਰ ਦੇ ਵਿੱਚ ਪਾਰ ਬ੍ਰਹਮ ਕੇ ਸੰਗੀ ਸੰਤਾ, ਪਰਮਾਤਮਾ ਦੇ ਸਾਥੀ, ਪਰਮਾਤਮਾ ਦੇ ਸੰਤ ਜਨ, ਪਰਮਾਤਮਾ ਦੇ ਸੇਵਕ। ਸਹਿਜ ਅਖਾਰੇ ਅਨੇਕ ਅਨੰਤਾ, ਅਨੇਕ ਪ੍ਰਕਾਰ ਦੇ ਅਖਾੜੇ ਰਚੀ ਰੱਖਦੇ ਹਨ। ਹਰਖ ਅਨੰਤ ਸੋਗ ਨਹੀਂ ਬੀਆ, ਉਸ ਹਿਰਦੇ ਘਰ ਦੇ ਵਿੱਚ ਸਿਰਫ ਤੇ ਸਿਰਫ ਆਨੰਦ ਹੁੰਦਾ ਹੈ,
ਗੁੱਸਾ, ਚਿੰਤਾ ਜਾਂ ਫਿਕਰ ਆਦਿਕ ਦਾ ਬੀਜ ਨਹੀਂ ਬੀਜਿਆ ਜਾਂਦਾ। ਸੋ ਘਰ ਗੁਰੂ ਨਾਨਕ ਕਉ ਦੀਆ, ਤੇ ਉਹ ਘਰ ਗੁਰੂ ਨੇ ਨਾਨਕ ਨੂੰ ਵੀ ਬਖਸ਼ਿਆ ਹੈ। ਸੋ ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਸ ਹਿਰਦੇ ਘਰ ਦੇ ਵਿੱਚ ਉਸ ਪ੍ਰਮਾਤਮਾ ਦੀ ਬਾਣੀ ਦੇ ਚਸ਼ਮੇ ਫੁੱਟ ਪੈਂਦੇ ਹਨ, ਜਿਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਪ੍ਰਮਾਤਮਾ ਉਹਦੇ ਮਨ ਦੇ ਅੰਦਰ ਹੀ ਵਸਦਾ ਹੈ, ਉਹ ਉਸ ਪ੍ਰਮਾਤਮਾ ਦੀ ਬਾਣੀ ਦਾ ਆਨੰਦ ਮਾਣ ਲੈਂਦਾ ਹੈ। ਤੇ ਆਖਰੀ ਪੰਕਤੀ ਦੇ ਵਿੱਚ ਗੁਰੂ ਜੀ ਨੇ ਕਿਹਾ ਹੈ ਕਿ ਸੋ ਘਰ ਗੁਰੂ ਨਾਨਕ ਕਉ ਦੀਆ, ਕਿ ਗੁਰੂ ਨੇ ਇਹ ਬਖਸ਼ਿਸ਼ ਨਾਨਕ ਨੂੰ ਵੀ ਦਿੱਤੀ ਹੈ। ਨਾਨਕ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਕਿ ਪ੍ਰਮਾਤਮਾ ਉਹਦੇ ਮਨ ਦੇ ਅੰਦਰ ਹੀ ਵਸਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 186ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੀ ਸ਼ੁਰੂਆਤ ਥੋੜ੍ਹੀ ਜਿਹੀ ਇਤਿਹਾਸ ਵੱਲ ਝਾਤੀ ਮਾਰਦੇ ਹੋਏ ਹੋਈ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹਨਾਂ ਤੋਂ ਪਹਿਲੇ ਦੇ ਗੁਰੂਆਂ ਦੀ ਰਚੀ ਹੋਈ ਬਾਣੀ ਦਾ ਅਨਮੋਲ ਖਜ਼ਾਨਾ ਪ੍ਰਾਪਤ ਹੋਇਆ। ਉਹ ਬੜੇ ਆਨੰਦਿਤ ਹਨ ਕਿ ਉਹਨਾਂ ਨੂੰ ਇਹ ਬਖਸ਼ਿਸ਼ ਮਿਲੀ ਹੈ। ਤੇ ਇਹ ਬਾਣੀ ਅਜਿਹੀ ਹੈ ਜਿਹਨੂੰ ਅਸੀਂ ਜਿੰਨਾ ਜ਼ਿਆਦਾ ਵਿਚਾਰਦੇ ਹਾਂ, ਇਹਦਾ ਮੁੱਲ, ਇਹਦੀ ਤਾਕਤ ਉਨੀ ਹੀ ਵੱਧਦੀ ਜਾਂਦੀ ਹੈ। ਇਸ ਖਜ਼ਾਨੇ ਦੇ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ। ਉਸ ਤੋਂ ਬਾਅਦ ਅਸੀਂ ਦੁੱਖਾਂ ਨੂੰ ਅਤੇ ਸੁੱਖਾਂ ਨੂੰ ਇੱਕ ਕਰਕੇ ਜਾਣਨ ਦੇ ਬਾਰੇ ਵੀ ਸਿੱਖਿਆ। ਇਹ ਵੀ ਸਿੱਖਿਆ ਕਿ ਜਦੋਂ ਤੱਕ ਅਸੀਂ ਉਸ ਪਰਮਾਤਮਾ ਨੂੰ ਆਪਣੇ ਨੇੜੇ ਸਮਝਦੇ ਹਾਂ, ਆਪਣੇ ਨਾਲ ਸਮਝਦੇ ਹਾਂ, ਉਦੋਂ ਤੱਕ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਅਤੇ ਚਿੰਤਾ ਸਾਨੂੰ ਵਿਆਪ ਨਹੀਂ ਸਕਦੇ। ਸੋ ਉਮੀਦ ਕਰਦੇ ਹਾਂ ਕਿ ਇਹ ਸਾਰੀਆਂ ਹੀ ਸਿੱਖਿਆਵਾਂ ਤੁਹਾਨੂੰ ਸਮਝ ਦੇ ਵਿੱਚ ਆ ਗਈਆਂ ਹੋਣਗੀਆਂ ਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਇਹਨਾਂ ਨੂੰ ਪੂਰਨ ਤੌਰ 'ਤੇ ਲੈ ਕੇ ਆਓਗੇ। ਇਸੇ ਸੰਦੇਸ਼ ਦੇ ਉੱਤੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।